कांड 14वां। नेड़े कोई पिंड आ रहा सी तां ही इन्ने सारे डंगर उधर वल हक्के जा रहे सन। बहुत ठंड सी, ਉਂਗਲਾਂ ਤੋਂ ਕਰਮੰਡਲ नहीं सी संभलदा। रबाब तां ਉਂਝ भी ਮੋਢੇ ਉੱਪਰ ही टिकी ਰਹਿੰਦੀ ਸੀ। ਅੱਜ ਸਵੇਰ ਦੇ ਇਸ਼ਨਾਨ ਦਾ ਕਾਂਬਾ ਤਾਰਨਾ ਧੁੱਪ ਦੇ ਵਸ ਵਿੱਚ नहीं ਸੀ। ਇੱਕ ਪਹਿਰ ਪਹਿਲਾਂ ਗਿੱਲੀ ਹੋਈ ਲੰਗੋਟੀ ਸਗੋਂ ਹੋਰ ਠੰਡੀ ਹੋ ਰਹੀ ਸੀ। ਅਜਿਹੇ ਵੇਲੇ ਲਾਹੌਰ ਤੋਂ ਦੱਖਣ ਵੱਲ ਉੱਪਲਾਂ ਦੇ ਪਿੰਡ ਦਾ ਨਿੱਘ ਯਾਦ ਆਇਆ। ਉਹਨਾਂ ਦਾ ਸਵਾਦਲਾ ਭੋਜਨ ਤੇ ਕਈ ਵਾਰੀ ਪੁੱਛਣਾ, ਫਕੀਰੋ ਠੰਡ ਤਾਂ ਨਹੀਂ ਲੱਗਦੀ? ਫਿਰ ਉਹ ਹੜੱਪਾ ਅੱਗੇ ਬੁਰਜੀ ਤੇ ਤੁਲੰਬਾ ਰਾਹੀਂ ਮਖਦੂਦਪੁਰੇ ਕੋਲੋਂ ਲੰਘੇ। ਅਜਿਹੇ ਨਿੱਘੇ ਲੋਕ ਮੁੜ ਕੇ ਨਹੀਂ ਦਿਸੇ। ਉਹ ਯਾਦ ਹੀ ਇਸ ਲਈ ਆਉਂਦੇ ਸਨ ਕਿ ਅਜਿਹੇ ਲੋਕਾਂ ਕੋਲ ਬਾਬਾ ਨਾ ਬਹੁਤੀ ਦੇਰ ਰੁਕਦਾ ਤੇ ਨਾ ਹੀ ਲੰਬੇ ਉਪਦੇਸ਼ ਦਿੰਦਾ। ਉਹਦਾ ਹਮੇਸ਼ਾ ਜੀ ਕਰਦਾ ਜੇ ਰਹਿਣਾ ਹੋਵੇ ਤਾਂ ਅਜਿਹੇ ਲੋਕਾਂ ਨਾਲ ਰਵਾਂ। ਅੱਗੇ ਕਰੀਰ ਵਾਲਾ ਰਾਵਾਂ ਲੰਘ ਕੇ ਮੁਲਤਾਨ ਆਉਣਾ ਸੀ, ਪਰ ਉਸ ਤੋਂ ਪਹਿਲਾਂ ਉਹ ਇੱਕ ਅਜੀਬ ਜਿਹੇ ਡੇਰੇ ਅੱਗੇ ਰੁਕੇ। ਇਹ ਵਸੋਂ ਦਾ ਬਾਹਰ ਇੱਕ ਟਿਕਾਣਾ ਸੀ। ਚੁਫੇਰੇ ਵਲਗਣ ਤੇ ਅੱਗੇ ਡਿਉਢੀ ਸੀ। ਦੋਵੇਂ ਨੁੱਕਰੀ ਇੱਕ ਪਾਸੇ ਠਾਕੁਰ ਦੁਆਰਾ ਤੇ ਦੂਜੇ ਪਾਸੇ ਮਸੀਤ ਸੀ। ਖੁੱਲ੍ਹੀ ਡਿਉਢੀ ਅੱਗੇ ਕੋਠੜੀਆਂ ਤੇ ਤਹਿਖਾਨੇ ਸਨ। ਸੇਵਕਾਂ ਦਾ ਹੱਥ ਜੋੜ ਕੇ ਸਵਾਗਤ ਕਰਨਾ ਮਰਦਾਨੇ ਨੂੰ ਸ਼ੱਕੀ ਜਾਪਿਆ। ਅਜਿਹੀਆਂ ਥਾਵਾਂ ਜਿੱਥੋਂ ਕੁਝ ਭੈ ਜਿਹਾ ਆਉਣਾ ਸ਼ੁਰੂ ਹੁੰਦਾ, ਉਦੋਂ ਬਾਬਾ ਸਗੋਂ ਹੋਰ ਤੇਜ਼ੀ ਨਾਲ ਉਹਨਾਂ ਵੱਲ ਜਾਂਦਾ ਦਿਸਦਾ। ਅਜਿਹੇ ਵੇਲੇ ਉਪਾਵਾਂ ਲਈ ਸੋਚਣ ਦਾ ਸਮਾਂ ਵੀ ਨਹੀਂ ਮਿਲਦਾ। ਇਸੇ ਦੌਰਾਨ ਇੱਕ ਸੇਵਕ ਉਹਨਾਂ ਨੂੰ ਇੱਕ ਸਜੇ ਹੋਏ ਕਮਰੇ ਵਿੱਚ ਲੈ ਗਿਆ। ਅੱਗੇ ਇੱਕ ਸੂਰਤ ਵਾਲਾ ਬੰਦਾ, ਸਿੱਧੀ ਪੌੜੀਦਾਰ ਪੱਗ, ਹੱਥ ਮਾਲਾ, ਗਲ ਜਾਮਾ, ਤਰੇੜ ਤਰਬਲੀ ਅੰਬੂਏ ਦੀ ਨਾਲ ਤਿਆਰ ਬੈਠਾ ਸੀ। ਆਉਣੇ ਨੂੰ ਜੀ ਆਇਆਂ। ਬਾਬੇ ਨੇ ਅੰਬੂਏ ਰੰਗ ਦੀ ਬੁੱਕਲ ਚੋਂ ਦੋਵੇਂ ਬਾਹਾਂ ਬਾਹਰ ਕੱਢੀਆਂ। ਇੱਕ ਨਜ਼ਰ ਉਹਦੇ ਵੱਲ ਵੇਖਿਆ ਤੇ ਹੱਸਿਆ। ਬਸ ਇੰਨਾ ਹੀ ਕਹਿਣਾ ਸੀ? ਰਾਤ ਜਗੇ ਫਕੀਰ ਹੋ? ਹਮੇਸ਼ਾ ਜਾਗੀਦਾ ਏ। ਫਿਰ ਅੱਖਾਂ ਵਿੱਚ ਕੀ ਦਿਸਦਾ ਏ? ਜਿਸ ਨੂੰ ਨੀਂਦ ਨੇ ਘੇਰਿਆ ਏ ਉਹਨੂੰ ਸਭ ਨੀਂਦ ਵਿੱਚ ਹੀ ਦਿਸਣੇ ਨੇ, ਤੇ ਇਹ ਵੀ ਕਿ ਮੈਨੂੰ ਕੋਈ ਨਹੀਂ ਵੇਖ ਰਿਹਾ। ਫਿਰ ਉਹਨੇ ਬਹੁਤ ਸਾਰੇ ਪ੍ਰਸ਼ਨ ਕੀਤੇ। ਬਾਬਾ ਸੁਣਦਾ ਰਿਹਾ। ਉਹਨੇ ਇਹ ਵੀ ਪੁੱਛਿਆ ਕਿ ਜੇ ਸਭ ਕੁਝ ਤੁਸੀਂ ਹੀ ਬੋਲਣਾ ਹੈ ਤਾਂ ਇਹ ਸਾਜੀ ਨਾਲ ਕਿਉਂ ਰੱਖਿਆ ਏ? ਇਸ ਤੋਂ ਬਾਅਦ ਕੀਰਤਨ ਸ਼ੁਰੂ ਹੋਇਆ। ਬਾਬੇ ਦੀ ਸ਼ਰਨ ਵਿੱਚ ਆਉਂਦੇ ਬੰਦੇ ਤਾਂ ਅਣਗਿਣਤ ਵੇਖ ਲਏ ਸਨ, ਪਰ ਇਸ ਵਾਰੀ ਟੁੱਟਦੇ ਭਰਮ ਅਲੱਗ ਤਰ੍ਹਾਂ ਦੇ ਸਨ। ਜਿਵੇਂ ਹਰ ਵਾਰੀ ਮੀਂਹ ਨਾਲ ਪਾਣੀ ਹੀ ਆਉਂਦਾ ਹੈ, ਪਰ ਕਿਣੀਆਂ ਇੱਕੋ ਤਰ੍ਹਾਂ ਨਹੀਂ ਡਿੱਗਦੀਆਂ। ਇਸ ਵਾਰੀ ਸੱਜਿਆ ਹੋਇਆ ਭਰਮ ਉਹਨੇ ਬਾਬੇ ਅੱਗੇ ਸੀਸ ਝੁਕਾਉਂਦਾ ਵੇਖਿਆ। ਕਈ ਵਾਰੀ ਮਰਦਾਨੇ ਨੂੰ ਜਾਪਿਆ ਕਿ ਉਹਨੇ ਹਾਲੇ ਇਸ ਤਰ੍ਹਾਂ ਝੁਕਣਾ ਪੂਰਾ ਨਹੀਂ ਕੀਤਾ। ਅਜਿਹੇ ਲੋਕਾਂ ਤੇ ਰਸ਼ਕ ਵੀ ਆਉਂਦਾ ਜੋ ਪਲਾਂ ਵਿੱਚ ਸਭ ਕੁਝ ਝਾੜ ਕੇ ਬਾਬੇ ਮੂੰਹੋਂ ਇਹ ਵੀ ਸੁਣ ਲੈਂਦੇ ਨੇ, ਜਾ ਤੂੰ ਮੁਕਤ ਹੋਇਆ। ਹੁਣ ਤਾਂ ਅਜਿਹੇ ਲੋਕਾਂ ਦੀ ਕਤਾਰ ਲੰਬੀ ਹੋ ਗਈ ਸੀ। ਉਹਨਾਂ ਵਿੱਚੋਂ ਕੋਈ ਆਪਣੇ ਲਈ ਛਾਂਟਣਾ ਔਖਾ ਜਾਪਦਾ ਸੀ। ਅਜਿਹੇ ਵੇਲੇ ਸਭ ਤੋਂ ਪਹਿਲਾਂ ਲਾਲੋ ਦਾ ਚਿਹਰਾ ਸਾਹਮਣੇ ਆਉਂਦਾ। ਕਿਤੇ ਮੈਂ ਲਾਲੋ ਦੇ ਪਿੱਛੇ ਖੜ ਕੇ ਆਪ ਨੂੰ ਤਾਂ ਨਹੀਂ ਵੇਖ ਰਿਹਾ? ਇਹ ਬਾਬਾ ਇੰਨੀ ਕੁ ਜੁਗਤ ਤਾਂ ਦੱਸ ਹੀ ਸਕਦਾ ਏ ਕਿ ਕੋਈ ਕਿਸੇ ਦੇ ਪਿੱਛੇ ਖੜ ਕੇ ਕਿਉਂ ਵੇਖਦਾ ਹੈ। ਚੰਨ ਚਾਨਣੀ ਦੇ ਪਰਛਾਵੇਂ ਜਿੰਨਾ ਹਨੇਰਾ ਹੋ ਗਿਆ ਸੀ। ਇੱਕ ਠੱਗ ਤੋਂ ਸੱਜਣ ਬਣਿਆ, ਵਿਦਾ ਲੈ ਕੇ ਵਾਪਸੀ ਵੀ ਮੁੜ ਗਿਆ ਸੀ। ਇਹ ਜਿੰਨੇ ਵੀ ਲੋਕ ਮੁਕਤ ਹੋ ਕੇ ਛੱਡਣ ਆਉਂਦੇ ਨੇ, ਵਾਪਸੀ ਵੇਲੇ ਸਭ ਲਾਲੋ ਹੀ ਮੁੜਦੇ ਨੇ। ਇਸ ਲਈ ਸੱਜਣ ਨੂੰ ਵਾਪਸ ਜਾਂਦਿਆਂ ਮਰਦਾਨੇ ਨੇ ਪਰਤ ਕੇ ਨਹੀਂ ਵੇਖਿਆ, ਪਰ ਉਹ ਆਪਣੇ ਆਪ ਨਾਲ ਉਲਝਦਾ ਦੇਰ ਤੱਕ ਕੁਝ ਨਾ ਬੋਲਿਆ। ਬਾਬਾ, ਮੈਂ ਤਾਂ ਸਮਝਦਾ ਸੀ ਮੁਲਤਾਨ ਜਾਸੋ। ਆਹ ਰਾਹ ਛੋੜ ਕੇ ਪੁਰੇ ਵੱਲ ਕਿਉਂ ਟੁਰ ਪਏ ਹੋ? ਨੀਲੀ ਵੱਲ ਚੱਲਣਾ ਏ। ਉੱਥੇ ਇੱਕ ਪੀਰ ਪਰਜਾ ਦਾ ਦਿਲ ਦੁਖਾ ਰਿਹਾ। ਪੀਰ ਵੀ ਦਿਲ ਦੁਖਾਉਂਦੇ ਨੇ? ਇਹਦਾ ਉੱਤਰ ਉਹਨੂੰ ਉੱਥੇ ਜਾ ਕੇ ਮਿਲਿਆ। ਬਹੁਤ ਮੂੰਹ ਫੱਟ ਫਕੀਰ ਸੀ। ਉਹਨਾਂ ਦੇ ਨੇੜੇ ਪੁੱਜਣ ਤੋਂ ਪਹਿਲਾਂ ਹੀ ਬੋਲਣ ਲੱਗ ਪਿਆ, ਕਿੱਧਰੋਂ ਆਏ ਕਿੱਧਰੋਂ ਜਾਣਾ? ਪੌਣਾ ਵੱਲ ਆਏ, ਪੌਣਾ ਵੱਲ ਜਾਣਾ। ਟਿਕੋਗੇ ਤਾਂ ਕੋਠਾ ਪਵਾ ਦੇਵਾਂ?
सानू टुरन दा हुक्म है। बाबे ने आम नालों तेज उत्तर दिते। फिर संस्कृत दे सलोकां नाल प्रश्न उत्तरां दी वारी आई। चलदी गल विच मरदाने नूं नींद आ गई। सवेरे जाग खुली तां कुछ उदासी जही होई। रात अग्यान दे टुटदे अंधकार वेखणों सुणनों रह गए सन। रबाब अपनी जगह तो हिली हुई सी। शायद बाबे ने कुछ गा के भी सुनाया होवे। राती रबाब ने भी नींद चों नहीं उठाया। उहने एक नज़र रबाब वल तक्या। खुश्क रस्ते दा मोड़ अचानक एक डक्को डक वगदी नदी दे कंढे ते आ पहुंचिया। रस्ते दा मोड़ बिल्कुल नदी कोल आके मुड़दा तां पिछों किसे दी आवाज़ आउंदी। संभल के भाई, ख्वाजा अपनियां शरां ते आया होया ए। कोलों ही मिट्टी दी छप धड़म करके डिगदी। संभलदा बंदा थोड़ा होर तरबकदा। सामने पहाड़ उत्ते बहुत भारी मींह पिया सी। अजनबियां लई यह अनोखी गल सी। मिट्टी घट्टे नाल भरे रस्ते नूं अचानक एक नदी रोक लवे। नदी दे दोवें कंढे इकट्ठ होना शुरू हो गया सी। दोवें पासी वड्डे आबादी वाले कस्बे ते पिंड सन। कंढे उत्ते एक मेले वर्गा माहौल बनदा जा रहा सी। पहाड़ां उपर मींह पैण तो बाद जिहड़ी वाधू हवा ढलाणा ने इधर वल तोरी सी। पोह दे इस कंबदे दुपहरे विच लोग ओट भालदे फिर रहे सन। वरसियां बदलियां चों एक बदली सामने वाली पहाड़ी दियां ढाकां उत्ते जिवें हथ रख के खड़ी होवे। हाले बदल दी मड़क नहीं गई। राइयो बैठ जाओ भाई। एक स्थानक बंदा बच्ची नूं संभालदी तीवीं वल वेख के बोलिया। बाबा कंढे उत्ते बैठ गया सी। ज्यों-ज्यों नदी उछलदी त्यों-त्यों गंधली हुंदी जांदी। पानी दा रंग मिट्टी रंगा हो गया सी। हुण पानी अपने चों कुछ भी नहीं सी दिसण दिंदा। अपणियां पिछलियां सोचां नदी नाल मिलदियां वेख मरदाने ने कुछ कहना ही उचित समझिया। पिठ उपरों पंडोकली उतार, मोढे उत्ते रखी रबाब ओहदे उपर रखी। बाबा, मिट्टी ने पानी गंदला कर दिता है। यह पानी ने किते काल कीती है, पर मिट्टी ने भी तां किते घुलण दी रजाबंदी दित्ती होवेगी। ज्यों ही पानी ने शांत होना, मिट्टी ने ओहदा रंग वापस कर देना है। मरदाने ने बाबे वल वेखिया ते बैठ गया। मरदानिया, मिट्टी ने ओहनूं अपने उपरों लंघण लई राह दिता सी। ਉਹ ਕਾਹਲੀ ਵਿੱਚ ਮਿੱਟੀ ਨੂੰ ਤੋੜਨ ਦੀ ਭੁੱਲ ਕਰ ਗਿਆ। ਬਸ ਫਕੀਰਾਂ ਦਾ ਵੀ ਰੱਬ ਹੀ ਰਾਖਾ, ਆਉਂਦੇ ਹੀ ਲੱਗ ਗਏ ਵਿਚਾਰਾਂ ਨਾ ਭਿੜਨ। ਹਾਂ, ਤੁਸੀਂ ਚੜੀ ਹੋਈ ਨਦੀ ਵੇਖੋ, ਜਿਹੜੀ ਰਸਤਾ ਰੋਕੀ ਖੜੀ ਏ। ਰਾਹੀ ਆਪਣੀ ਗੱਲ ਕਹਿ ਬਾਬੇ ਤੇ ਮਰਦਾਨੇ ਵੱਲ ਵੇਖਣ ਲੱਗੇ। ਜੇ ਇਹ ਸਵਾਲ ਨਦੀ ਦਾ ਹੈ ਤਾਂ ਤੁਸੀਂ ਨਦੀ ਕੋਲੋਂ ਹੀ ਪੁੱਛ ਲੈਣਾ ਸੀ, ਬਾਬਾ ਹੌਲੀ ਬੋਲਿਆ। ਇਹੀ ਗੱਲ ਤਾਂ ਔਖੀ ਏ। ਸਿੱਧੇ ਵੇਦਾਂ ਵਿੱਚ ਜਾ ਵੜਦੇ ਹੋ, ਉੱਥੇ ਜਾ ਕੇ ਸਾਨੂੰ ਕੁਝ ਪਤਾ ਨਹੀਂ ਲੱਗਦਾ। ਦੋਵੇਂ ਅਜਨਬੀ ਨਦੀ ਕਿਨਾਰੇ ਖੜ ਅੰਦਾਜ਼ਾ ਲਾਉਣ ਲੱਗੇ, ਛੱਲਾਂ ਘਟਦੀਆਂ ਨੇ ਜਾਂ ਵੱਧਦੀਆਂ ਨੇ। ਮਰਦਾਨੇ ਨੇ ਝੋਲੀ ਚੋਂ ਕਾਗਜ਼ਾਂ ਦਾ ਪੁਲੰਦਾ ਪਾਸੇ ਕਰ ਸਿਆਹੀ ਦੀ ਦੁਆਤ ਚੁੱਕੀ। ਬੀਬੀ ਨਾਨਕੀ ਦੀ ਘੋਲੀ ਸਿਆਹੀ ਕੱਲ੍ਹ ਮੁੱਕ ਗਈ ਸੀ। ਬਾਬੇ ਦੀਆਂ ਨਜ਼ਰਾਂ ਬੰਦ ਹੋ ਗਈਆਂ ਸਨ। ਉਹ ਚੁੱਪ-ਚਾਪ ਦੁਆਤ ਚੁੱਕ ਨਦੀ ਦੇ ਕੰਢੇ ਵੱਲ ਚੱਲ ਪਿਆ। ਥੋੜ੍ਹੀ ਆਪਣੇ ਆਪ ਤੇ ਹਾਸੀ ਆਈ। ਫਕੀਰ ਪਾਣੀ ਲਈ ਕਾਸਾ ਚੁੱਕੀ ਜਾਂਦੇ ਨੇ ਤੇ ਮੈਂ। ਹੁਣ ਨਦੀ ਦੇ ਦੋਵੇਂ ਕੰਢੇ ਲੋਕਾਂ ਨਾਲ ਭਰ ਚੁੱਕੇ ਸਨ। ਜਿੱਧਰੋਂ ਪਾਣੀ ਆ ਰਿਹਾ ਉਧਰ ਵੱਲ ਨਜ਼ਰ ਭਰ ਕੇ ਵੇਖਿਆ। ਨਦੀ ਪਹਾੜ ਛੱਡ ਆਈ ਸੀ। ਘੁੰਮਦੇ ਪਾਣੀ ਦੀ ਚੂਲੀ ਨੂੰ ਹਥੇਲੀ ਉੱਪਰ ਟਿਕਣ ਦਿੱਤਾ। ਉਹਨੇ 2 ਵਾਰ ਦੁਆਤ ਵਿੱਚ ਪਾਣੀ ਪਾਇਆ। ਦੋਵੇਂ ਵਾਰ ਇਸ ਤਰ੍ਹਾਂ ਹੀ ਹੋਇਆ। ਭਾਈ ਫਕੀਰੋ, ਹਕੀਮੀ ਕਰਦੇ ਹੋ? ਇਹ ਤਾਂ ਲਿਖਣ ਵਾਲੀ ਸਿਆਹੀ ਏ। ਅੱਛਾ, ਮੇਰੇ ਤਾਂ ਪੇਟ ਦਰਦ ਸੀ। ਜਿਵੇਂ ਹੀ ਪਿੱਠ ਪਿੱਛੋਂ ਆਵਾਜ਼ ਆਈ ਉਵੇਂ ਹੀ ਮੁੜ ਗਈ। ਉਹ ਨਦੀ ਦੀ ਧਾਰ ਨਾਲ ਲਿਫਦੇ ਘਾਹ ਵੱਲ ਵੇਖਣ ਲੱਗਾ। ਇੱਕ ਹੋਰ ਬੰਦਾ ਕਦੇ ਉਹਦੇ ਸੱਜੇ ਕਦੇ ਖੱਬੇ ਪਾਣੀ ਭਰਨ ਲਈ ਸੋਚਦਾ ਥੋੜ੍ਹੀ ਦੇਰ ਲਈ ਰੁਕ ਗਿਆ।
फिर उसने जिधरों पानी मर्दाने वल आउंदा सी तल ते जाके कई वार बर्तन खड़काया। ਚੱਲਦਾ ਪਾਣੀ ਜਾਤ ਨੂੰ ਥਕਾ ਦਿੰਦਾ ਏ। ਅਜਿਹਾ ਹੀ ਕੁਝ ਭਾਵ ਲੈ ਕੇ ਉਹ ਬੜਬੜਾਇਆ। ਚੱਲਦਾ ਪਾਣੀ ਏ, ਲੰਘ ਜਾਣਾ ਏ। ਮਰਦਾਨੇ ਨੇ ਬੜੀ ਕੋਸ਼ਿਸ਼ ਕੀਤੀ ਕਿ ਅੱਜ ਕੱਲ੍ਹ ਜਿਹੜੀਆਂ ਗੱਲਾਂ ਉਹਦੇ ਕੋਲ ਆ ਰਹੀਆਂ ਨੇ ਉਹ ਇਸ ਤਰ੍ਹਾਂ ਨਾ ਆਉਣ। ਉਹਦੀਆਂ ਨਜ਼ਰਾਂ ਨੇ ਅੰਦਰ ਤੱਕ ਵੇਖਣ ਦੀ ਜਿਹੜੀ ਆਦਤ ਪਾ ਲਈ ਸੀ ਉਹ ਬੇਚੈਨੀ ਨੂੰ ਖਾਲੀ ਹੱਥ ਨਹੀਂ ਸੀ ਮੁੜਨ ਦਿੰਦੀਆਂ। ਇੱਕ ਵਾਰ ਫਿਰ ਵਗਦੇ ਪਾਣੀ ਦੀ ਗੰਦਲ ਨੂੰ ਵੇਖਣ ਲੱਗਾ ਜਿਸ ਬਾਰੇ ਬਾਬੇ ਨੇ ਹੁਣੇ ਹੀ ਕਿਹਾ ਸੀ। ਇਹ ਪਾਣੀ ਦੀ ਕਿਤੇ ਕਾਹਲ ਹੈ। ਸੁਪਨਿਆਂ ਵਿੱਚ ਹਾਲੇ ਵੀ ਕੋਈ ਆਉਂਦਾ ਏ। ਪਿੱਠ ਪਿੱਛੇ ਬਹੁਤ ਹੀ ਜਾਣੀ ਪਛਾਣੀ ਜਨਾਨੀ ਦੀ ਆਵਾਜ਼ ਸੁਣੀ। ਘੁੰਮ ਕੇ ਵੇਖਿਆ ਤਾਂ ਨੇਰਾਂ ਖੜੀ ਸੀ। ਇੱਕ ਵਾਰੀ ਜੀ ਕੀਤਾ ਕਿ ਉਹਨੂੰ ਪੁੱਛਾਂ, ਤੇਰੇ ਬੁੱਲਾਂ ਉੱਤੇ ਜਾਮਣੀ ਫਿੰਸੀ ਹਾਲੇ ਫੁੱਟੀ ਹੀ ਨਹੀਂ। ਸ਼ਾਇਦ ਨੇਰਾਂ ਨੂੰ ਪੁੱਛਣ ਦੀ ਜ਼ਿਆਦਾ ਕਾਹਲ ਸੀ। ਤੇਰੀਆਂ ਗਲ ਵਾਲੀਆਂ ਕੌਡੀਆਂ ਤੇ ਤਾਗਿਆਂ ਦਾ ਰੰਗ ਹਾਲੇ ਫਿੱਕਾ ਨਹੀਂ ਪਿਆ। ਉਹ ਬਿਨਾਂ ਪੁੱਛੇ ਵਗਦੇ ਪਾਣੀ ਦੇ ਕੰਢੇ ਉਹਦੇ ਕੋਲ ਆ ਬੈਠੀ। ਮਰਦਾਨੇ ਦੇ ਹੱਥ ਵਿੱਚ ਫੜੀ ਸਿਆਹੀ ਨਾਲ ਭਰੀ ਦਵਾਤ ਵੱਲ ਵੇਖਿਆ। ਕੋਲ ਹੀ ਚੱਲਦੇ ਪਾਣੀ ਨੂੰ ਨਿੱਘ ਦਿੰਦੀ ਧੁੱਪ ਤਲ ਉੱਤੇ ਬਣਦੇ ਬੁਲਬੁਲਿਆਂ ਨੂੰ ਕੋਸਾ ਕਰਦੀ, ਫਿਰ ਪਾਣੀ ਵਿੱਚ ਮਿਲਾ ਦਿੰਦੀ। ਉਹ ਦੋਵੇਂ ਇੱਕ ਦੂਜੇ ਦੇ ਸਵਾਲ ਦਾ ਉੱਤਰ ਨਹੀਂ ਸੀ ਦੇ ਸਕੇ। ਇਸੇ ਕਰਕੇ ਪਿੱਛੇ ਬੋਲਦੇ ਬੰਦਿਆਂ ਦੇ ਬੋਲ ਜ਼ਿਆਦਾ ਸਪਸ਼ਟ ਸੁਣੇ। ਥੋੜ੍ਹਾ ਕੰਢੇ ਤੋਂ ਦੂਰ ਹੋ ਕੇ ਬੈਠੋ, ਹਾਲੇ ਪਾਣੀ ਹੋਰ ਆਉਣਾ ਏ। ਬੜਾ ਸਿੱਧਾ ਪਹਾੜ ਏ, ਇੱਕ ਪਲ ਵੀ ਪਾਣੀ ਕੋਲ ਨਹੀਂ ਰੱਖਦਾ। ਹੁਣ ਪੱਛੋਂ ਨੇ ਪਹਾੜਾਂ ਉੱਪਰੋਂ ਬੱਦਲ ਆਪਣੇ ਨਾਲ ਖਿੱਚ ਲਏ ਸਨ। ਚੱਲਦੇ ਪਾਣੀ ਉੱਤੇ ਬੱਦਲਾਂ ਨੇ ਛਾਵਾਂ ਕਰ ਦਿੱਤੀ ਸੀ। ਫਿਰ ਛਾਂ ਪਾਣੀ ਉੱਪਰੋਂ ਉਤਰਦੀ ਖੁਸ਼ਕੀ ਵੱਲ ਦੌੜਦੀ ਦਿਸੀ। ਪਾਣੀ ਛਾਂ ਨਾਲ ਵੀ ਤੇ ਛਾਂ ਤੋਂ ਬਿਨਾਂ ਵੀ ਵਗਦਾ ਰਿਹਾ। ਨਹਿਰਾਂ ਕਿੰਨੀ ਦੇਰ ਸਾਹਮਣੇ ਇੱਕ ਡਾਕਰ ਢਾਂਗ ਉੱਪਰ ਉੱਜੜੀਆਂ ਖੱਲਾਂ ਉੱਪਰ ਲਟਕਦੀਆਂ ਸੁੱਕੀਆਂ ਤਿੜਾਂ ਵੇਖਦੀ ਰਹੀ। ਸ਼ਾਇਦ ਕਈ ਫਜ਼ੂਲ ਸਵਾਲਾਂ ਦੇ ਜਵਾਬ ਉੱਥੋਂ ਹੀ ਮਿਲ ਸਕਦੇ ਸਨ। ਮਰਦਾਨਾ ਰਬਾਬ ਵੱਲ ਵੇਖਦਾ ਰਿਹਾ। ਇਹਨਾਂ ਸਿੱਧੀਆਂ ਤਾਰਾਂ ਉੱਤੇ ਕਿੰਨੇ ਉਤਰਾ ਚੜ੍ਹਾਅ, ਬੰਦਸ਼ਾਂ, ਤਾਨਾਂ ਦੇ ਬੈਠਣ ਲਈ ਜਗ੍ਹਾ ਹੈ। ਸਭ ਇੱਕ ਸੇਧ ਵਿੱਚ ਸਮਾਇਆ ਹੋਇਆ ਹੈ। ਸਿਰਫ ਉਂਗਲ ਦੀ ਇੱਕ ਛੇੜ ਸਭ ਨੂੰ ਜਗਾ ਦਿੰਦੀ ਏ। ਤੇਰੇ ਹੱਥੋਂ ਮਿਜ਼ਰਾਬ ਗਿਰ ਗਈ ਏ, ਨਹਿਰਾਂ ਦੀ ਆਵਾਜ਼ ਆਈ। ਮਰਦਾਨੇ ਨੇ ਮਿਜ਼ਰਾਬ ਧਰਤੀ ਉੱਪਰੋਂ ਚੁੱਕ ਰਬਾਬ ਉੱਪਰ ਰੱਖ ਦਿੱਤੀ। ਅਸਲ ਵਿੱਚ ਇਹ ਵੀ ਇਹਦੀ ਥਾਂ ਨਹੀਂ ਸੀ। ਇੱਕ ਵਾਰ ਫਿਰ ਨਹਿਰਾਂ ਹੀ ਬੋਲੀ, ਰਸਤੇ ਵਿੱਚ ਕੋਈ ਲਲਾਰੀ ਮਿਲਿਆ ਸੀ? ਕਿਉਂ, ਬੜੇ ਕੇਸਰੀ ਰੰਗ ਚੜ੍ਹੇ ਨੇ। ਉਹ ਹਾਂ, ਇਹ ਲਾਲੋ ਦੇ ਪਿੰਡ ਦੇ ਲਲਾਰੀਆਂ ਦਾ ਰੰਗ ਏ। ਅੱਛਾ, ਸੈਦਪੁਰ? ਉਸ ਪਿੰਡ ਤਾਂ ਅਸੀਂ ਗਾਉਣਾ ਵੀ ਕੀਤਾ ਸੀ। ਤੂੰ ਉੱਥੇ ਵੀ ਗਈ ਏ ਨੇਰਾ? ਤੇਰੇ ਗੁਰੂ ਦੇ ਪੈਰਾਂ ਵਿੱਚ ਲਿਪੀ ਏ, ਪੜ੍ਹ ਪੜ੍ਹ ਕੇ ਜਾਈ ਜਾਈਦਾ। ਮਰਦਾਨੇ ਨੇ ਬਾਰੀਕ ਰੁਦਰਾਕਸ਼ ਦੀ ਮਾਲਾ ਹਲਕੇ ਜਿਹੇ ਹੱਥਾਂ ਨਾਲ ਟੋਹੀ। ਸੱਜਣ ਠੱਗ ਨੇ ਦਿੱਤੀ ਸੀ। ਚੱਲਦੇ ਪਾਣੀ ਨੇ ਹੁਣ ਹੋਰ ਭਾਫਾਂ ਛੱਡਣੀਆਂ ਸ਼ੁਰੂ ਕਰ ਦਿੱਤੀਆਂ ਸਨ। ਥੋੜ੍ਹੀ ਦੂਰ ਜਾ ਕੇ ਨਦੀ ਦਿਸਣੋਂ ਹਟ ਜਾਂਦੀ, ਸਿਰਫ ਧੁੰਦ ਨਜ਼ਰ ਆਉਂਦੀ। ਪਰਛਾਵਾਂ ਭਾਫ ਦਾ ਵੀ ਬਣਦਾ ਏ। ਇਸ ਵਾਰੀ ਨਹਿਰਾਂ ਦੀ ਬਰੀਕ ਆਵਾਜ਼ ਪਿੱਠ ਪਿੱਛੇ ਸਾਧਾਂ ਦੇ ਬੋਲਾਂ ਵਿੱਚ ਗੁਆਚ ਗਈ। ਸੁਲਫੇ ਨਾਲ ਖੁਰਦਰੇ ਹੋਏ ਗਲੇ ਵਿੱਚ ਕਈ ਜਗ੍ਹਾ ਟਕਰਾ ਕੇ ਸ਼ਬਦ ਨਿਕਲਦੇ। ਸਾਧਾਂ ਦੀਆਂ ਦੋ ਸੰਪਰਦਾਵਾਂ ਸ਼ਾਇਦ ਆਪਸ 'ਚ ਟਕਰਾ ਗਈਆਂ ਸਨ। ਸਾਧ ਕੋਲੋਂ ਜਾਤ ਨਹੀਂ ਪੁੱਛੀ ਦੀ, ਪਰ ਸਾਧ ਨੂੰ ਜਾਤ ਪੁੱਛਣ ਤੋਂ ਕ੍ਰੋਧੀ ਵੀ ਨਹੀਂ ਹੋਣਾ ਚਾਹੀਦਾ। ਵੇਖ, ਹੁਣ ਤੂੰ ਮੇਰੇ ਗੁਰੂ ਵੱਲ ਉਂਗਲ ਨਾ ਕਰ। ਮੈਥੋਂ ਇਹ ਨਹੀਂ ਸਹਾਰ ਹੋਣਾ। ਸਾਰੀ ਹਉਮੈ ਗੁਰੂ ਦੇ ਨਾਂ ਉੱਤੇ ਹੀ ਟਿਕ ਗਈ ਏ। ਇੱਥੋਂ ਮੁੜਨਾ ਔਖਾ ਹੋਵੇਗਾ, ਵੇਖ ਲਵੀਂ। ਫਿਰ ਲੜਦੇ ਸਾਧ ਦੀ ਨਜ਼ਰ ਕਾਸੇ ਉੱਤੇ ਗਈ। ਗਜ਼ਾ ਕੀਤੇ ਭੋਜਨ ਨੂੰ ਚੱਟਦੇ ਕੁੱਤੇ ਨੂੰ ਪਤਾ ਨਹੀਂ ਸੀ ਕਿ ਅਜਿਹੇ ਸਾਧਾਂ ਕੋਲ ਡੰਡਾ ਕੰਡੇਦਾਰ ਹੁੰਦਾ ਏ। ਪਰ ਡੰਡੇ ਦਾ ਅਗਲਾ ਸਿਰਾ ਕਾਸੇ ਉੱਤੇ ਅਜਿਹਾ ਵੱਜਿਆ, ਕਾਸਾ ਸਿੱਧਾ ਨਦੀ ਵਿੱਚ ਜਾ ਡਿੱਗਾ। ਥੋੜ੍ਹੀ ਦੂਰ ਉਹ ਤੈਰਦਾ ਦਿਸਿਆ, ਫਿਰ ਡੁੱਬ ਗਿਆ। ਅਚਾਨਕ ਸ਼ਾਂਤੀ ਵਰਤ ਗਈ।
ਹੁਣ ਪਾਣੀ ਦਾ ਸ਼ੋਰ ਹੋਰ ਉੱਚਾ ਸੁਣਨ ਲੱਗ ਪਿਆ ਸੀ। ਫਿਰ ਨਹਿਰਾਂ ਦੀ ਆਵਾਜ਼ ਸੁਣੀ। ਇਹ ਗਿਆਨ ਦੀ ਉਦਾਸੀ ਵੀ ਵੇਸਵਾ ਵਰਗੀ ਹੁੰਦੀ ਏ, ਆਪਣੇ ਗਾਹਕ ਲਈ ਬਹੁਤ ਰੰਗ ਬਦਲਦੀ ਏ। ਕਿਹੜੀ ਸੰਪਰਦਾ ਵਿੱਚੋਂ ਹੋ? ਸਵਾਲ ਨਹਿਰਾਂ ਕੋਲ ਬੈਠੇ ਮਰਦਾਨੇ ਵੱਲ ਸੀ। ਗੁਰੂ ਕੋਲੋਂ ਕਦੇ ਪੁੱਛਿਆ ਹੀ ਨਹੀਂ। ਨਹਿਰਾਂ ਹੈਰਾਨ ਸੀ ਮਰਦਾਨੇ ਨੇ ਕਿਸ ਬੇਬਾਕੀ ਨਾਲ ਉੱਤਰ ਦਿੱਤਾ ਸੀ। ਪਰ ਸਾਧ ਮੰਡਲੀ ਨੂੰ ਇੱਕ ਫਕੀਰੀ ਲਿਬਾਸ ਕੋਲ ਬੈਠੀ ਔਰਤ ਚੰਗੀ ਨਹੀਂ ਸੀ ਲੱਗ ਰਹੀ। ਤੂੰ ਸਾਨੂੰ ਕਾਜ਼ੀ ਦੀ ਬਿੱਲੀ ਸਮਝਿਆ? ਛੱਡ ਕੇ ਆ ਗਈ ਏ। ਸਾਰਿਤਾ ਤੇ ਉਹਦੀਆਂ ਹੋਰ ਸਹੇਲੀਆਂ ਆਣ ਪਹੁੰਚੀਆਂ ਸਨ। ਜਦੋਂ ਉਹ ਸਾਰੀਆਂ ਬੈਠ ਗਈਆਂ ਤਾਂ ਸਾਧਾਂ ਦੀਆਂ ਸਭ ਸੰਪਰਦਾਵਾਂ ਬੁੜ-ਬੁੜ ਕਰਦੀਆਂ ਜਗ੍ਹਾ ਬਦਲ ਗਈਆਂ। ਚਾਨਣ ਤੇ ਹਨੇਰੇ ਨੇ ਆਪਸ ਵਿੱਚ ਰਚ ਮਿਚ ਇੱਕ ਨਵੀਂ ਨੁਹਾਰ ਮੂੰਹ ਹਨੇਰਾ ਬਣਾ ਲਿਆ ਸੀ। ਅੱਜ ਦੀ ਰਾਤ ਨਦੀ ਨੇ ਪਾਰ ਨਹੀਂ ਸੀ ਲੰਘਣ ਦੇਣਾ। ਕਈ ਦਿਨਾਂ ਬਾਅਦ ਤੁਰਦੇ ਢੋਲ ਦੀ ਆਵਾਜ਼ ਸੁਣੀ। ਇੱਕ ਪਾਸਿਓਂ ਸਾਰੰਗੀ ਨਾਲ ਘੁੰਗਰੂਆਂ ਦੀ ਆਵਾਜ਼ ਆਉਣ ਲੱਗੀ। ਬਹੁਤੇ ਲੋਕ ਉਧਰ ਵੱਲ ਜਾ ਰਹੇ ਸਨ। ਇਹ ਲਾਹੌਰੋਂ ਆਈਆਂ ਨੇ, ਪੜਾਅਵਾਰ ਰੁਕਦੀਆਂ ਅੱਗੇ ਜਾਂਦੀਆਂ ਨੇ। ਆਹੋ, ਲਾਹੌਰ ਵਿੱਚ ਹੁਣ ਧੰਦਾ ਨਹੀਂ ਰਿਹਾ। ਚਲੋ, ਘੜੀ ਰਸੀਲੇ ਨੈਣਾਂ ਦਾ ਝਾਕਾ ਏ। ਬਹੁਤ ਸਾਰੇ ਲੋਕ ਗੱਲਾਂ ਕਰਦੇ ਉਧਰ ਵੱਲ ਜਾ ਰਹੇ ਸਨ। ਜਾਂਦੇ ਲੋਕਾਂ ਨੂੰ ਇੱਕ ਸਾਧੂ ਇੱਕ ਟੰਗ ਭਾਰ ਹੋ ਕੇ ਵੇਖ ਰਿਹਾ ਸੀ। ਉਹ ਬਿਲਕੁਲ ਨਦੀ ਕਿਨਾਰੇ ਸੀ, ਜੋ ਕਦੀ ਵੀ ਕੰਢਾ ਖੋਰ ਸਕਦੀ ਸੀ। ਇਸ਼ਾ ਦੀ ਨਵਾਜ਼ ਦੇ ਸੱਦੇ ਤੋਂ ਬਾਅਦ ਬਾਬਾ ਹਾਲੇ ਤੱਕ ਸੂਫੀਆਂ ਕੋਲੋਂ ਮੁੜਿਆ ਨਹੀਂ ਸੀ। ਅਗਲੀ ਨਵਾਜ਼ ਦਾ ਵਕਤ ਵੀ ਨੇੜੇ ਆ ਰਿਹਾ ਸੀ। ਸ਼ਾਇਦ ਇਸੇ ਲਈ ਬਾਬੇ ਨੂੰ ਆਉਣ ਨਾ ਦਿੱਤਾ ਹੋਵੇ। ਉਹ ਇੱਕ ਝਿੜੀ ਦੀ ਓਟ ਵਿੱਚ ਬੈਠੇ ਸਨ। ਉਸ ਦੀ ਅਗਲੀ ਓਟ ਵਿੱਚ ਨਾਂਗੇ ਸੰਪਰਦਾ ਦੇ ਸਾਧੂਆਂ ਦਾ ਟੋਲਾ ਬੈਠਾ ਸੀ। ਅੱਗਾਂ ਬਲ ਰਹੀਆਂ ਸਨ। ਦੂਰ ਤੱਕ ਖਾਣੇ ਦੀਆਂ ਗੱਲਾਂ ਚੱਲ ਰਹੀਆਂ ਸਨ। ਅਚਾਨਕ ਲੱਗੇ ਅਜਿਹੇ ਪੜਾਵਾਂ ਵਿੱਚ ਫਕੀਰਾਂ ਕੋਲ ਹੀ ਅੰਨ ਹੁੰਦਾ ਏ ਤੇ ਦੁਨਿਆਵੀ ਲੋਕ ਖਾਲੀ ਹੁੰਦੇ ਨੇ। ਕਿਤੇ ਕਿਤੇ ਗੱਡੇ ਪਾਲਕੀਆਂ ਕੋਲ ਸੇਵਕ ਖਾਣੇ ਦੀ ਤਿਆਰੀ ਵਿੱਚ ਲੱਗੇ ਦਿਸਦੇ। ਸਾਰੰਗੀ ਦੀ ਆਵਾਜ਼ ਹੋਰ ਉੱਚੀ ਹੋ ਗਈ ਸੀ। ਲੋਕ ਵਾਹ 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 ਕਰਦੇ ਲਾਹੌਰਨਾਂ ਦੀਆਂ ਸਿਫਤਾਂ ਕਰਦੇ। ਵਿਚਕਾਰ ਕਦੇ-ਕਦੇ ਖੜਤਾਲਾਂ ਤੇ ਇੱਕ ਤਾਰੇ ਦੀ ਆਵਾਜ਼ ਵੀ ਸੁਣਦੀ। ਹਰ ਕੋਈ ਸੰਗੀਤ ਨਾਲ ਦੁੱਖਾਂ ਨੂੰ ਸਿੰਗਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਹੀ ਦੁੱਖਾਂ ਨੂੰ ਸਾਡੇ ਵੱਲ ਆਉਣ ਦੀ ਚਾਹਤ ਬਣੀ ਰਹਿੰਦੀ ਏ। ਨਹਿਰਾਂ ਦੀ ਆਵਾਜ਼ ਸੁਣ ਇੱਕ ਟੰਗ ਤੇ ਖੜਾ ਸਾਧ ਇੱਕ ਟੰਗ ਤੇ ਹੀ ਦੂਰ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਕਦੇ-ਕਦੇ ਦੂਜਾ ਪੈਰ ਧਰਤੀ ਨਾਲ ਛੂੰਹਦਾ ਤਾਂ ਉਹ ਬੁੜਬੁੜਾਉਂਦਾ। ਸਭ ਨੂੰ ਨਦੀ ਨੇ ਰੋਕ ਲਿਆ। ਤੇਰੇ ਕਾਸੇ ਵਿੱਚ ਪਾਣੀ ਹੈ? ਮਰਦਾਨੇ ਨੇ ਸੁਣਦੀ ਸਾਰ ਕਾਸਾ ਨਹਿਰਾਂ ਵੱਲ ਕੀਤਾ। ਨਹੀਂ, ਤੇਰੇ ਲਈ ਹੀ ਪੁੱਛਿਆ। ਉਹ ਮਰਦਾਨੇ ਕੋਲੋਂ ਉੱਠ ਕੇ ਵੱਜਦੀ ਸਰੰਗੀ ਵੱਲ ਚੱਲ ਪਈ। ਮੇਰੀ ਵਾਰੀ ਆਉਣ ਵਾਲੀ ਏ। ਪਿੱਠ ਪਿੱਛੇ ਖੜੀ ਪਾਲਕੀ ਅੰਦਰ ਬੈਠੇ ਬੰਦੇ ਨੇ ਸਿਰ ਬਾਹਰ ਕੱਢਿਆ। ਉਸ ਦੇ ਫਕੀਰੀ ਲਿਬਾਸ ਵਿੱਚੋਂ ਕਾਲੀਆਂ ਅੱਖਾਂ ਚਮਕ ਰਹੀਆਂ ਸਨ। ਵੇਸਵਾਵਾਂ ਦੇ ਵੀ ਫਕੀਰ ਹੁੰਦੇ ਨੇ? ਨਹਿਰਾਂ ਤਾਂ ਸੁਣ ਕੇ ਹੱਸੀ ਸੀ, ਪਰ ਮਰਦਾਨੇ ਦਾ ਜੀਅ ਕੀਤਾ ਉਸ ਰੇਸ਼ਮੀ ਲਿਬਾਸ ਨੂੰ ਉਤਾਰ ਦੇਵਾਂ। ਪਰ ਸਾਹਮਣਿਓਂ ਬਾਬਾ ਆਉਂਦਾ ਦਿਸਿਆ। ਵੇਖ ਬਾਬਾ, ਉਦੋਂ ਦਾ ਹੀ ਮੈਂ ਨਦੀ ਕਿਨਾਰੇ ਬੈਠਾ ਆਂ। ਬਾਬਾ ਮਾਮੂਲੀ ਜਿਹਾ ਮੁਸਕਰਾਇਆ। ਕੋਲ ਹੀ ਇੱਕ ਪਰਿਵਾਰ ਵਿੱਚ ਬੈਠੀ ਔਰਤ ਦੇ ਗੋਦੀ ਵਾਲਾ ਬੱਚਾ ਉੱਚੀ ਉੱਚੀ ਰੋਣ ਲੱਗਾ। ਉਹ ਆਪਣੇ ਹੱਥੋਂ ਡਿੱਗੀ ਚੀਜ਼ ਨੂੰ ਆਪਣੀ ਸਮਝੇ ਬਿਨਾਂ ਰੋਈ ਜਾ ਰਿਹਾ ਸੀ। ਉਹਦੇ ਹੱਥੋਂ ਕੀ ਗਿਰਿਆ, ਇਹ ਕਿਸੇ ਨੇ ਵੇਖਿਆ ਹੀ ਨਹੀਂ ਸੀ। ਮਾਂ ਸਮਝਦੀ ਭੁੱਖਾ ਹੋਵੇਗਾ, ਪਰ ਉਹ ਘੜੀ ਮੁੜੀ ਧਰਤੀ ਵੱਲ ਲਪਕਦਾ। ਅਜਿਹੇ ਵੇਲੇ ਮਰਦਾਨੇ ਨੇ ਮਿਜ਼ਰਾਬ ਨੂੰ ਤਾਰਾਂ ਉੱਤੇ ਛੋਹਿਆ। ਬੱਚਾ ਰੋਂਦਾ ਰੋਂਦਾ ਚੁੱਪ ਹੋਣ ਲੱਗਾ। ਨਦੀ ਕਿਨਾਰੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਫਿਰ ਰਬਾਬ ਤੇ ਆਵਾਜ਼ ਦੇਰ ਤੱਕ ਸੁਣਦੀ ਰਹੀ। ਲੋਕੀ ਕਹਿ ਰਹੇ ਸਨ, ਪੀਰ ਵੇਖੇ ਸੰਨਿਆਸੀ, ਤਿਆਗੀ ਵੇਖੇ। ਇਸ ਤਰ੍ਹਾਂ ਰੱਬ ਨਾਲ ਗੱਲਾਂ ਕਰਦਾ ਕੋਈ ਨਹੀਂ ਸੁਣਿਆ। ਸਵੇਰ ਦੇ ਪਰਛਾਵਿਆਂ ਨੇ ਆਕਾਰਾਂ ਨੂੰ ਉਹਨਾਂ ਤੋਂ ਬਾਹਰ ਕੱਢ ਲਿਆ ਸੀ। ਆਪਣੇ ਹੀ ਤਲ ਨੂੰ ਤਰਾਸ਼ਦਾ ਪਾਣੀ ਨਿਵਾਣਾ ਵੱਲ ਬਹਿ ਗਿਆ ਸੀ। ਲਹਿਰਾਂ ਦੇ ਸ਼ੋਰ ਵੀ ਪਾਣੀ ਆਪਣੇ ਆਪ ਹੀ ਲੈ ਗਿਆ।
कल बदलों की निमरता नूं धरती उत्ते उतार नदी ने जिस तरह काल विच पाया सी, अज उहदा बचदा हिस्सा शांत होण दी कोशिश विच दिसदा। अज तल नितर रहा सी, जिस उपर ओह वहिया ओहनूं नंगा कर रहा सी। कंडियां दे गिले रेत दा भी ओहनूं चूसण नूं जी नहीं कीता। पानी होर धीमा हुंदा गया ते नदी अपनी नितरी सतह विखाउंदी रही। जिहड़ी काहल कल पानी ने विखाई सी, अज ओहनूं पार करन वाले यात्री विखा रहे सन। ओह तल दे नंगे हो रहे पत्थरां ते पैर धरदे छल्लां वांग उछलदे लंघे। सिर्फ बाबे ते मरदाने ने नदी दे सुक्के पट दा साथ दिता। शाम वेले ओह गाउंदे होए उन्हां जगावां विचों दी लंघे जिथे कल लहरां उठ डरा रहीआं सन। दूजे किनारे ते बैठी नेहरा उडीकदी रही। ਉਹਨੇ दो दीवानिਆਂ ਨੂੰ ਵਗ के हटी नदी ਨੂੰ ਗਾਉਂਦੇ ਹੋਏ पार ਕਰਦਿਆਂ ਵੇਖਿਆ। नदियां ਉਹਨੇ भी जिंदगी ਵਿੱਚ ਹਜ਼ਾਰਾਂ पार ਕੀਤੀਆਂ ਸਨ, पर इस तरह लंघ गए पाणियां ते आउण वाले पाणियां ਨੂੰ ਗਾ के सलाम ਹੁੰਦੇ कदे नहीं सी ਵੇਖੇ। ਉਹਨੇ ਗਾਉਣ ਵਿੱਚ ਸੁੱਕੇ ਪੱਤਣ ਦਾ ਧੰਨਵਾਦ ਵੀ ਸੁਣਿਆ, ਜਿਸ ਨੇ ਲਹਿਰਾਂ ਨੂੰ ਆਪਣੇ ਉੱਪਰੋਂ ਗੁਜ਼ਰਨ ਦਿੱਤਾ ਸੀ। ਜਦੋਂ ਬਾਬਾ ਨੇਹਰਾ ਕੋਲੋਂ ਲੰਘਿਆ, ਉਹ ਹੱਥ ਜੋੜੀ ਖੜੀ ਸੀ, ਅੱਖਾਂ ਬੰਦ ਸਨ। ਡਿੱਗਦੇ ਅਥਰੂ ਜੁੜੇ ਹੱਥਾਂ ਉੱਪਰ ਡਿੱਗਦੇ ਰਹੇ। ਮਰਦਾਨੇ ਨੇ ਕਈ ਵਾਰ ਪਿੱਛੇ ਮੁੜ ਕੇ ਵੇਖਿਆ, ਬਾਬਾ ਤੁਰਦਾ ਗਿਆ। ਆਖਰੀ ਵਾਰ ਮਰਦਾਨੇ ਖੜ ਕੇ ਪਿੱਛੇ ਵੱਲ ਵੇਖਿਆ। ਦੂਰ ਨਦੀ ਦੇ ਕਿਨਾਰੇ ਕੋਈ ਗਾ ਰਿਹਾ ਸੀ, ਉਹੀ ਰਾਤ ਵਾਲਾ ਨਦੀਆਂ ਦਾ ਗੀਤ ਜੋ ਕੀਰਤਨ ਵੇਲੇ ਗਾਇਆ ਸੀ। ਗਾਉਣ ਵਿੱਚ ਉਹ ਇਕੱਲੀ ਨਹੀਂ, ਉਹਦੀਆਂ ਸਹੇਲੀਆਂ ਦੀ ਆਵਾਜ਼ ਵੀ ਸੁਣ ਰਹੀ ਸੀ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਜੁਗ ਜੁਗ ਮਿੱਠਾ ਵਿਸ ਭਰੇ ਕੋ ਜਾਣੈ ਜੋਗੀ ਰਾਮ। ਅਜੀਬ ਗੱਲ ਸੀ, ਅੱਜ ਹੋਰ ਨਹੀਂ ਤਾਂ ਨਦੀਆਂ ਹੀ ਧੀਆਂ ਜਾਪਣ ਲੱਗ ਪਈਆਂ ਸਨ। ਕਈ ਦਿਨ ਲੰਘ ਗਏ ਉਸ ਨਦੀ ਨੂੰ ਪਾਰ ਕਰਿਆ ਤੇ ਉਸ ਦੇ ਕਿਨਾਰੇ ਉੱਤੇ ਖੜੀ ਕੁੜੀ ਨੂੰ ਗਾਉਂਦੇ ਵੇਖਿਆ। ਕਈ ਨਦੀਆਂ ਹੋਰ ਵੀ ਪਾਰ ਕੀਤੀਆਂ, ਹਰ ਕੰਢੇ ਉੱਤੇ ਨਦੀ ਦਾ ਗੀਤ ਸੁਣਿਆ, ਪਰ ਉਸੇ ਨਦੀ ਦੇ ਕਿਨਾਰੇ ਉੱਤੇ ਰੁਕਣ ਨੂੰ ਜੋ ਜੀ ਮਚਲਿਆ ਸੀ, ਉਹ ਭੁੱਲ ਨਹੀਂ ਸੀ ਰਿਹਾ। ਬਾਬਾ ਤਾਂ ਨਿਰੰਤਰ ਤੁਰੀ ਜਾ ਰਿਹਾ ਸੀ, ਹਰ ਨਦੀ ਨੂੰ ਨਵਾਂ ਕਰਕੇ ਵੇਖਦਾ, ਹਰ ਕਿਨਾਰੇ ਨੂੰ ਨਦੀ ਦਾ ਪੱਟ ਸੰਭਾਲਣ ਦਾ ਆਸ਼ੀਰਵਾਦ ਦਿੰਦਾ। ਦੁਬਾਰਾ ਉਸੇ ਤਰ੍ਹਾਂ ਵਾਪਰੇ, ਉਹਦੀ ਕੋਈ ਅਜਿਹੀ ਇੱਛਾ ਵੀ ਨਹੀਂ ਦਿਸਦੀ। ਉਹ ਲੰਘ ਗਿਆ ਦੀ ਗੱਲ ਵੀ ਨਹੀਂ ਸੀ ਕਰਦਾ। ਜਿੱਥੇ ਹੁੰਦਾ ਉੱਥੇ ਜੀਵਤ ਦਿਸਦਾ। ਅਜਿਹੇ ਵੇਲੇ ਆਪਣੇ ਭਾਵਾਂ ਦੇ ਅਨੰਤ ਨਿਰਣੇ ਸੁਣਨ ਲਈ ਅੱਚ ਵੀ ਜਿਹੀ ਲੱਗ ਜਾਂਦੀ। ਲੱਗਦਾ ਕਿਤੇ ਤਾਂ ਰੁਕਣਾ ਹੀ ਸੀ, ਉੱਥੇ ਹੀ ਰੁਕ ਜਾਂਦੇ। ਫਿਰ ਅੱਗੇ ਚੱਲਦੇ ਬਾਬੇ ਕੋਲ ਨਜ਼ਰ ਜਾ ਪਹੁੰਚਦੀ। ਅਜਿਹੇ ਵੇਲੇ ਬਾਬਾ ਅਕਸਰ ਕਹਿੰਦਾ, ਮਰਦਾਨਿਆਂ ਰਬਾਬ ਵਜਾ, ਜਾਂ ਫਿਰ ਆਪਣੀ ਹੀ ਆਵਾਜ਼ ਸੁਣਦੀ, ਬਾਬਾ ਰਬਾਬ ਵਜਾਵਾਂ। ਇਹ ਤੀਜੀ ਗੱਲ ਕਿਹੜੀ ਵਿੱਚ ਰਹਿ ਜਾਂਦੀ ਹੈ।